ਅਸੀਂ ਜੋ ਵੀ ਚੀਜ਼ ਪੜ੍ਹਦੇ ਆ ਨਾ ਇੱਕ ਦਿਨ 'ਚ ਵਿੱਚ ਜੋ ਵੀ ਚੀਜ਼ ਦੇਖਦੇ ਹਾਂ, ਤੁਸੀਂ ਅੱਜ ਸਪੋਜ਼ ਅੱਜ ਦਾ ਤੁਸੀਂ ਲੈਕਚਰ ਕਲਾਸ ਦੇ ਵਿੱਚ ਤੁਸੀਂ ਲੈਕਚਰ ਲਗਾਇਆ, ਠੀਕ ਹੈ, ਔਰ ਇਸ ਲੈਕਚਰ ਨੂੰ ਤੁਸੀਂ ਚੰਗੀ ਤਰ੍ਹਾਂ 100% ਤੁਹਾਨੂੰ ਇਹ ਲੈਕਚਰ ਜਿਹੜਾ ਅੱਜ ਦਾ ਲੈਕਚਰ ਤੁਹਾਨੂੰ ਸਮਝ ਆ ਗਿਆ ਸਪੋਜ਼, ਠੀਕ ਹੈ, ਅੱਜ ਤੁਸੀਂ ਕਲਾਸ ਦੇ ਵਿੱਚ ਲਗਾਇਆ ਜਾਂ ਤੁਸੀਂ ਆਪ ਪੜ੍ਹਿਆ ਔਰ ਤੁਹਾਨੂੰ ਇਹ ਚੀਜ਼ 100% ਤੁਹਾਨੂੰ ਕਲੀਅਰ ਹੈ, ਠੀਕ ਹੈ। ਔਰ ਅਗਰ ਤੁਸੀਂ ਅੱਜ ਤੋਂ ਸਭ ਕੁਝ ਕਲੀਅਰ ਹੈ, ਤੁਹਾਨੂੰ ਬਿਲਕੁਲ 100% ਤੁਸੀਂ ਕਲੀਅਰ ਕਰਕੇ ਬੈਠ ਗਏ, ਤੁਹਾਨੂੰ ਇੱਕ ਇੱਕ ਚੀਜ਼ ਸਮਝ ਆ ਗਈ ਹੈ, ਤੁਸੀਂ ਉਹਨੂੰ ਆਪ ਘਰ ਜਾ ਕੇ ਦੁਬਾਰਾ ਬੁੱਕਸ ਖੋਲੀਆਂ ਨੇ, ਉਹਨੂੰ ਦੁਬਾਰਾ ਪੜ੍ਹ ਲਿਆ, ਸਭ ਕੁਝ ਸਮਝ ਲਿਆ, ਠੀਕ ਹੈ, ਔਰ ਉੱਥੇ ਤੁਸੀਂ ਛੱਡਤਾ, ਤੇ ਹੋਏਗਾ ਕਿ ਇੱਕ ਵੀਕ ਦੇ ਬਾਅਦ ਨਾ ਤੁਹਾਨੂੰ ਇਹਦਾ 26% ਯਾਦ ਰਹੇਗਾ। ਜੋ ਚੀਜ਼ ਤੁਹਾਨੂੰ ਅੱਜ 100% ਯਾਦ ਹੈ ਨਾ, ਉਹ ਇੱਕ ਵੀਕ ਦੇ ਬਾਅਦ ਤੁਹਾਨੂੰ 26% ਯਾਦ ਰਹੇਗੀ, ਔਰ 6 ਮੰਥਸ ਦੇ ਬਾਅਦ ਤੁਹਾਨੂੰ ਇਹਦਾ 2% ਯਾਦ ਰਹੇਗਾ, ਠੀਕ ਹੈ। ਜੋ ਚੀਜ਼ ਤੁਸੀਂ ਅੱਜ ਤੁਹਾਨੂੰ 100% ਪਤਾ ਹੈ ਔਰ ਉਹ ਚੀਜ਼ ਜੇ ਤੁਹਾਨੂੰ ਇੱਕ ਹਫਤੇ ਬਾਅਦ मतलब 24 घंटे बाद भी अगर आप इतने लाइए ना, मतलब ये जो प्रूव्ड चीज़ा ने साइंटिफिकली प्रूव ने वो गल कर रहा है, मतलब ये मेरी कोई फिगमेंट नहीं है। 24 आवर्स के बाद 76% ਤੁਹਾਨੂੰ याद रहेगा, ठीक है। मतलब ਤੁਸੀਂ ਇਹਨੂੰ अगर आप चार्ट ਦੇ ਵਿੱਚ ਬਣਾਈਏ, सपोज ये चार्ट है, जो चीज़ ਤੁਸੀਂ 100% ਤੁਹਾਨੂੰ याद है तुसी क्लास से कर ली, आफ्टर 24 आवर्स, आफ्टर 1 वीक, आफ्टर 6 मंथ्स, ठीक है। जो 100% है वो 76% पे आ जाएगी। मतलब इतने के आस पास आ जाएगी, और 6 महीने बाद 2% ਤੁਹਾਨੂੰ याद रहेगा, ठीक है। ये है विदाउट रिवीजन, जो चीज़ें तुम पढ़ रहे हो ਤੁਹਾਨੂੰ ਇੱਥੇ ਸਭ ਕੁਝ ਸਮਝ ਆ ਜਾਂਦਾ, ਤੁਸੀਂ ਕਲਾਸ ਲਗਾਉਂਦੇ ਹੋ, ਤੁਹਾਨੂੰ ਹਰ ਚੀਜ਼ ਬਿਲਕੁਲ ਕਲੀਅਰ ਹੋ ਜਾਂਦੀ ਹੈ, ਪਰ ਤੁਸੀਂ ਕੀ ਕਰਦੇ ਹੋ, ਉਹਨੂੰ ਰਿਵਾਈਜ਼ ਨਹੀਂ ਕਰਦੇ ਪਏ, ਤੁਸੀਂ ਵਿਦਾਊਟ ਰਿਵੀਜ਼ਨ ਤੁਸੀਂ ਉਹਨੂੰ ਕੀ ਕਰਦੇ ਹੋ, ਉਹਨੂੰ ਯਾਦ ਕਰਕੇ ਚਲੇ ਗਏ, ਹਰ ਚੀਜ਼ ਸਮਝ ਲੈਂਦੇ ਹੋ, ਪੂਰਾ ਜ਼ੋਰ ਲਗਾਉਂਦੇ ਹੋ, ਕਲਾਸ 'ਚ ਵੀ ਅਟੈਂਟਿਵਲੀ ਬੈਠਦੇ ਹੋ, ਸਵੇਰੇ ਵੀ ਉੱਠ ਕੇ ਨਹਾ ਧੋ ਕੇ ਆਉਂਦੇ ਹੋ, ਉੱਥੇ ਆ ਕੇ ਬੈਠਦੇ ਹੋ, ਮੇਰੇ ਕੋਲ ਆ ਕੇ ਪੜ੍ਹਦੇ ਹੋ, ਸਾਰੀ ਕਲਾਸ ਚੰਗੀ ਤਰ੍ਹਾਂ ਲਗਾਉਂਦੇ ਹੋ, ਔਰ ਲਗਾਉਣ ਦੇ ਬਾਅਦ ਤੁਸੀਂ ਕੀ ਗਲਤੀ ਕੀ ਕਰਦੇ ਹੋ, ਤੁਸੀਂ ਉਹਦੇ ਬਾਅਦ ਉਹਨੂੰ ਰਿਵਾਈਜ਼ ਨਹੀਂ ਕਰਦੇ, ਠੀਕ ਹੈ। ਵਿਦਾਊਟ ਰਿਵੀਜ਼ਨ ਕੀ ਹੈ, जो चीज़ ਤੁਹਾਨੂੰ 100% ਤੁਹਾਨੂੰ ਹੁਣ ਆਉਂਦੀ ਹੈ, 24 ਆਵਰਸ ਦੇ ਬਾਅਦ ਉਹ 76% कुछ अप्रॉक्सीमेट रह जाएगी, 2-4% ऊपर थले, और एक हफ्ते बाद वो 26% रह जाएगी, और 6 महीने बाद वो रह जाएगी, ਤੁਹਾਨੂੰ 2% ਤੁਹਾਨੂੰ याद रहेगी विदाउट रिवीजन, ठीक है। पर अगर तुसी 6 रिवीजन्स कर लो, मैं दस देना, टोटल 6 रिवीजन्स कर लो, ठीक है, तो तुसी 98% तक याद रख सकते हो, 100% नहीं पर 98% तक तुसी याद रख सकते हो। जो चीज़ तुसी 100% पढ़ी है ना, 98% तुसी याद रख सकते हो आफ्टर 6 रिवीजन्स। 6 रिवीजन्स के बाद तुसी 98% तक याद कर सकते हो, ठीक है। मतलब ये मैं आप इस चीज़ में मैं किया होया फॉर्मूले ਨੂੰ अप्लाई करके, मैं जो चीज़ दस रहा ना ਤੁਹਾਨੂੰ बुक्स तो पढ़िया ने, पर प्रैक्टिकल मैं किया होया इस चीज़ से कि तुसी कर सकते हो। 6 रिवीजन्स करनिया ने, 6 रिवीजन्स के बाद तुसी 98% तक तुसी याद कर सकते हो, ਤੁਹਾਨੂੰ 98% याद होएगा 6 रिवीजन के बाद, ठीक है। ਹੁੰਦਾ ਕੀ ਹੈ कि ਜਿੱਦਾਂ फ़ोन ਹੁੰਦਾ, ਤੁਹਾਡੇ फ़ोन ਦੇ ਵਿੱਚ 2 ਮੈਮਰੀਜ਼ ਹੁੰਦੀਆਂ ਨੇ, ਇੱਕ ਕੀ ਹੁੰਦੀ ਹੈ, रैम ਹੁੰਦੀ है, और एक रोम ਹੁੰਦੀ है, ठीक है, रैंडम एक्सेस मेमोरी और रीड ओनली मेमोरी, ठीक है।
ਹੁਣ ਹੁੰਦਾ ਕੀ ਹੈ ਕਿ ਇੱਕ ਟੈਂਪਰੇਰੀ ਮੈਮਰੀ ਹੈ, ਇਹਨੂੰ ਸਿੰਪਲ ਲੈਂਗੁਏਜ ਵਿੱਚ ਤੁਸੀਂ ਸਮਝੋ। ਇੱਕ ਹੁੰਦੀ ਹੈ ਟੈਂਪਰੇਰੀ ਮੈਮਰੀ, ਔਰ ਇੱਕ ਹੁੰਦੀ ਹੈ ਪਰਮਾਨੈਂਟ ਮੈਮਰੀ। ਠੀਕ ਹੈ, ਜੋ ਵੀ ਤੁਸੀਂ ਪੜ੍ਹਦੇ ਹੋ, ਜਿੱਦਾਂ ਮੋਬਾਈਲ ਦੇ ਵਿੱਚ ਕੁਝ ਚੀਜ਼ਾਂ ਤਾਂ ਰੈਮ ਦੇ ਵਿੱਚ ਚਲੀ ਜਾਂਦੀਆਂ ਨੇ, ਔਰ ਕੁਝ ਤੁਸੀਂ ਸੇਵ ਕਰ ਲੈਂਦੇ ਹੋ, ਪੱਕੀ ਸੇਵ ਕਰ ਲੈਂਦੇ ਹੋ। ਉੱਦਾਂ ਹੀ ਤੁਹਾਡਾ ਮਾਈਂਡ ਜੋ ਹੈ ਨਾ, ਉਹਦੇ ਵਿੱਚ ਕੀ ਹੁੰਦਾ ਹੈ ਕਿ ਕੁਝ ਤਾਂ ਟੈਂਪਰੇਰੀ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਤੁਸੀਂ ਯਾਦ ਕਰਦੇ ਹੋ, ਜੋ ਚੀਜ਼ਾਂ ਤੁਸੀਂ ਟੈਂਪਰੇਰੀ ਰੱਖ ਲੈਂਦੇ ਹੋ। ਸਾਡਾ ਦਿਮਾਗ ਜਿਹੜਾ ਹੈ ਉਹ ਐਕਟ ਕਰਦਾ ਹੈ, ਉਹ ਆਪਣੀ ਮਰਜ਼ੀ ਨਾਲ ਚੱਲਦਾ ਹੈ। ਉਹਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਦਾ ਮੈਨੂੰ ਲੋੜ ਹੈ ਕਿ ਮੈਂ ਆਪਣੀ ਪਰਮਾਨੈਂਟ ਮੈਮਰੀ 'ਚ ਪਾ ਲਵਾਂ, ਔਰ ਕੁਝ ਚੀਜ਼ਾਂ ਨੂੰ ਲੱਗਦੀਆਂ ਨੇ ਕਿ ਨਹੀਂ, ਇਹ ਟੈਂਪਰੇਰੀ, ਮੈਨੂੰ ਇਹਦੀ ਲੋੜ ਨਹੀਂ ਹੈ, ਬਸ ਠੀਕ ਹੈ, ਪੜ੍ਹਿਆ ਤੇ ਸੁਣਿਆ ਤਾਂ ਮੈਂ ਭੁੱਲ ਗਿਆ। ਠੀਕ ਹੈ, ਵੈਸੇ ਦਿਮਾਗ ਹਰ ਚੀਜ਼ ਨੂੰ ਅਬਜ਼ਰਵ ਕਰਦਾ ਹੈ, ਹਰ ਚੀਜ਼ ਨੂੰ ਅਬਜ਼ਰਵ ਕਰਦਾ ਦਿਮਾਗ, ਔਰ ਉਹ ਹਰ ਚੀਜ਼ ਨੂੰ ਯਾਦ ਨਹੀਂ ਰੱਖਦਾ, ਹਰ ਚੀਜ਼ ਨੂੰ ਆਪਣੀ ਪਰਮਾਨੈਂਟ ਮੈਮਰੀ 'ਚ ਨਹੀਂ ਲੈ ਕੇ ਜਾਂਦਾ। ਠੀਕ ਹੈ, ਜੋ ਚੀਜ਼ ਤੁਹਾਡੀ ਪਰਮਾਨੈਂਟ ਮੈਮਰੀ 'ਚ ਆ ਗਈ ਨਾ, ਉਹ ਤੁਸੀਂ ਕਦੇ ਨਹੀਂ ਭੁੱਲੋਗੇ। ਆਪਣਾ ਨਾਮ ਕਦੇ ਭੁੱਲਦੇ ਹੋ? ਆਪਣੇ ਫਾਦਰ ਦਾ ਨਾਮ ਕਦੇ ਭੁੱਲਦੇ ਹੋ? ਜਦੋਂ ਮਰਜ਼ੀ ਪੁੱਛ ਲਓ, ਕਦੇ ਭੁੱਲੋਗੇ ਤੁਸੀਂ ਆਪਣੀ ਮਦਰ ਦਾ ਨਾਮ, ਉਹਨਾਂ ਦੀ ਸ਼ਕਲ? ਕੁਝ ਚੀਜ਼ਾਂ ਨੇ ਜਿਹੜੀ ਤੁਸੀਂ ਕਦੇ ਨਹੀਂ ਭੁੱਲਦੇ। ਉਹ ਜਿਹੜੀ ਚੀਜ਼ਾਂ ਕਦੇ ਨਹੀਂ ਭੁੱਲਦੇ, ਉਹ ਤੁਹਾਡੀ ਪਰਮਾਨੈਂਟ ਮੈਮਰੀ 'ਚ ਜਾ ਚੁੱਕੀਆਂ ਨੇ। ਔਰ ਟੈਂਪਰੇਰੀ ਮੈਮਰੀ ਤੋਂ ਪਰਮਾਨੈਂਟ ਮੈਮਰੀ 'ਚ ਜਾਣ ਵਾਸਤੇ ਇਹਦਾ ਜੋ ਪੋਸਟਮੈਨ ਹੈ ਨਾ, ਟੈਂਪਰੇਰੀ ਮੈਮਰੀ 'ਚ ਪਰਮਾਨੈਂਟ ਜਾਣ ਵਾਸਤੇ ਜੋ ਪੋਸਟਮੈਨ ਹੈ, ਉਹ ਸਾਡਾ ਮਾਈਂਡ ਹੀ ਹੈ ਜੋ ਇਹਨੂੰ ਇੱਥੇ ਲੈ ਕੇ ਜਾਂਦਾ। ਟੈਂਪਰੇਰੀ ਮੈਮਰੀ ਤੋਂ ਪਰਮਾਨੈਂਟ ਮੈਮਰੀ 'ਚ ਜੋ ਕਰਨਾ ਹੁੰਦਾ ਨਾ, ਸਾਡਾ ਮਾਈਂਡ ਹੀ ਲੈ ਕੇ ਜਾਂਦਾ ਹੈ। ਔਰ ਉਹਦਾ ਸਭ ਤੋਂ ਸੌਖਾ ਤਰੀਕਾ ਉਹਨੂੰ ਲੈ ਕੇ ਜਾਣ ਦਾ ਕੀ ਹੈ? ਰਿਵੀਜ਼ਨ। ਸਭ ਤੋਂ ਈਜ਼ੀ ਵੇ ਹੈ ਰਿਵਾਈਜ਼ ਕਰ ਕਰਕੇ ਅਸੀਂ ਉਹਨੂੰ ਟੈਂਪਰੇਰੀ ਮੈਮਰੀ ਤੋਂ ਪਰਮਾਨੈਂਟ ਮੈਮਰੀ ਦੇ ਵਿੱਚ ਉਹਨੂੰ ਅਸੀਂ ਕਨਵਰਟ ਕਰ ਸਕਦੇ ਹਾਂ। ਸਾਡਾ ਮਾਈਂਡ ਜਦੋਂ ਚੀਜ਼ ਕੁਝ ਪੜ੍ਹਦੇ ਆ ਨਾ, ਉਹਨੂੰ ਜੇ ਲੱਗਦਾ ਕਿ ਚੀਜ਼ ਇੰਪੋਰਟੈਂਟ ਹੈ ਤੇ ਉਹਨੂੰ ਕੀ ਕਰੇਗਾ? ਪਰਮਾਨੈਂਟ ਮੈਮਰੀ 'ਚ ਪਾ ਲੇਗਾ। ਔਰ ਜੇ ਲੱਗੇਗਾ ਨਹੀਂ ਇੰਪੋਰਟੈਂਟ ਹੈ ਤਾਂ ਉਹਨੂੰ ਛੱਡ ਦੇਗਾ, ਉਹਨੂੰ ਕਹੇਗਾ ਨਹੀਂ, ਲੋੜ ਨਹੀਂ ਹੈ। ਠੀਕ ਹੈ, ਔਰ ਅਨਕੌਂਸ਼ੀਅਸਲੀ ਟੈਂਪਰੇਰੀ ਮੈਮਰੀ ਨੂੰ ਪਰਮਾਨੈਂਟ ਮੈਮਰੀ 'ਚ ਕਨਵਰਟ ਕਰਨ ਵਾਸਤੇ ਅਨਕੌਂਸ਼ੀਅਸਲੀ ਰਿਵੀਜ਼ਨ ਜਿਹੜਾ ਇੱਕ ਬੜਾ ਇੰਪੋਰਟੈਂਟ ਪਾਰਟ ਪਲੇ ਕਰਦਾ ਹੈ। ਜਿਹੜੀ ਰਿਵੀਜ਼ਨ ਹੈ ਨਾ, ਉਹ ਅਨਕੌਂਸ਼ੀਅਸਲੀ ਟੈਂਪਰੇਰੀ ਮੈਮਰੀ ਨੂੰ ਪਰਮਾਨੈਂਟ ਮੈਮਰੀ 'ਚ ਕਨਵਰਟ ਕਰ ਦਿੰਦੀ ਹੈ। ਠੀਕ ਹੈ, ਮਟਰ ਦਾ ਕਿਹੜਾ ਸੈਕਸ਼ਨ ਹੈ? ਹਲੇ ਅਸੀਂ ਆਈਪੀਸੀ ਨਹੀਂ ਪੜ੍ਹੀ, ਪਰ ਤੁਹਾਨੂੰ ਪਤਾ 302 ਹੈ। ਕਿਉਂ? ਕਿਉਂਕਿ ਫਿਲਮਾਂ 'ਚ ਤੁਸੀਂ ਦੇਖਿਆ ਹੋਇਆ ਹੈ, ਉਹ ਤੁਸੀਂ ਬਾਰ-ਬਾਰ ਦੇਖਿਆ, ਤੁਸੀਂ ਕੀ ਕੀਤਾ? ਰਿਵਾਈਜ਼ ਕੀਤਾ ਉਹਨੂੰ, ਕਈ ਵਾਰੀ ਦੇਖਿਆ। ਤੁਹਾਨੂੰ ਕਿਸੇ ਨੇ ਕਿਹਾ ਨਹੀਂ ਸੀ ਕਿ 302 ਯਾਦ ਕਰੋ, ਠੀਕ ਹੈ, ਪਰ ਤੁਹਾਨੂੰ ਯਾਦ ਹੋ ਗਿਆ। ਕਿਉਂ ਯਾਦ ਹੋ ਗਿਆ? ਕਿਉਂਕਿ ਤੁਸੀਂ ਅਨਕੌਂਸ਼ੀਅਸਲੀ ਉਹਨੂੰ ਰਿਵਾਈਜ਼ ਕਰਦੇ ਰਹੇ ਹੋ। ਤੁਸੀਂ ਫਿਲਮਾਂ 'ਚ ਦੇਖ ਲਿਆ, ਡਾਕੂ ਗੱਬਰ ਸਿੰਘ ਦੀ ਫਿਲਮ ਦੇਖ ਲਿਆ, ਉਹਦੇ 'ਚ ਉਹਨੂੰ 302 ਦੀ ਸਜ਼ਾ ਕਰਤੀ ਹੈ। ਠੀਕ ਹੈ, ਆਉਂਦਾ ਸੀ ਨਾ ਤਾਜੀ ਰਾਤੇ ਹਿੰਦ की दफ़ा 302 के तहत, ਉਹ ਤਾਜੀ ਰਾਤੇ ਹਿੰਦ ਨਾ ਆਈਪੀਸੀ ਨੂੰ ਉਰਦੂ 'ਚ ਤਾਜੀ ਰਾਤੇ ਹਿੰਦ ਕਿਹਾ ਜਾਂਦਾ ਹੈ। ਠੀਕ ਹੈ, ਆਈਪੀਸੀ ਦੀ 302 ਦੀ ਧਾਰਾ ਜਿਹੜੀ ਹੈ, ਉਹ ਤੁਸੀਂ ਕੀ ਕੀਤਾ ਹੈ? ਅਨਕੌਂਸ਼ੀਅਸਲੀ ਉਹਨੂੰ ਰਿਵਾਈਜ਼ ਕਰਦੇ ਰਹੇ ਹੋ, ਔਰ ਉਹ ਤੁਹਾਡੀ ਪਰਮਾਨੈਂਟ ਮੈਮਰੀ 'ਚ ਜਾ ਚੁੱਕੀ ਹੈ। ਤੁਹਾਨੂੰ ਆਪਣਾ ਨਾਮ ਯਾਦ ਹੈ, ਉਹ ਕਿਉਂ ਯਾਦ ਹੈ? ਕਿਉਂਕਿ ਤੁਸੀਂ ਅਨਕੌਂਸ਼ੀਅਸਲੀ ਉਹਨੂੰ ਰਿਵਾਈਜ਼ ਕਰ ਕਰਕੇ ਤੁਸੀਂ ਉਹਨੂੰ ਪਰਮਾਨੈਂਟ ਮੈਮਰੀ 'ਚ ਪਾ ਚੁੱਕੇ ਹੋ। ਠੀਕ ਹੈ, ਸਭ ਤੋਂ ਈਜ਼ੀ ਤਰੀਕਾ ਕੀ ਹੈ? ਉਹਨੂੰ ਰਿਵਾਈਜ਼ ਕਰਕੇ ਤੁਸੀਂ ਅਨਕੌਂਸ਼ੀਅਸਲੀ, ਜਦੋਂ ਤੁਹਾਡੇ ਦਿਮਾਗ ਨੂੰ ਲੱਗਦਾ ਨਾ, ਤੁਹਾਡੇ ਦਿਮਾਗ ਦੇ ਵਿੱਚ ਬਹੁਤ ਕੈਪੈਸਿਟੀ ਹੈ, ਬਹੁਤ ਸਟੋਰੇਜ ਹੈ, ਬੜੀ ਕੈਪੈਸਿਟੀ ਹੈ, ਉਹਨੂੰ ਤੁਸੀਂ ਜਿੰਨਾ ਮਰਜ਼ੀ ਤੁਸੀਂ ਉਹਨੂੰ ਨਾ ਯੂਜ਼ ਕਰ ਸਕਦੇ ਹੋ। ਸਾਡਾ ਜੋ ਮਾਈਂਡ ਬਣਦਾ ਨਾ, ਮੈਂ ਫਿਰ ਕਿਸੇ ਹੋਰ ਲੈਕਚਰ 'ਚ ਤੁਹਾਨੂੰ ਸਮਝਾਊਂਗਾ, ਨਹੀਂ ਤਾਂ ਬਹੁਤ ਵੱਡਾ ਹੋ ਜਾਏਗਾ। ਸਾਡੇ ਮਾਈਂਡ ਦੀ ਕੈਪੈਸਿਟੀ ਕਿੰਨੀ ਹੈ, ਇਹਦੇ ਤੇ ਮੈਂ ਇੱਕ ਵੱਖਰਾ ਲੈਕਚਰ ਦੇਵਾਂਗਾ ਕਿ ਸਾਡੇ ਮਾਈਂਡ ਦੀ ਕਿੰਨੀ ਕੈਪੈਸਿਟੀ, ਕਿੰਨਾ ਕੁਝ ਯਾਦ ਕਰ ਸਕਦਾ ਹੈ। ਠੀਕ ਹੈ, ਬਸ ਇੰਨਾ ਕੁ ਸਮਝ ਲਓ ਕਿ ਜੇ ਤੁਹਾਨੂੰ ਫਿਕਰ ਹੈਗੀ ਹੈ ਕਿ ਸਾਡੇ ਦਿਮਾਗ ਕਿਤੇ ਭਰ ਨਾ ਜਾਵੇ, ਤੇ ਜੋ ਲੋਕੀ ਸਭ ਤੋਂ ਇੰਟੈਲੀਜੈਂਟ ਸੀ ਦੁਨੀਆ ਦੇ, ਉਹ ਵੀ ਆਪਣਾ 4% ਹੀ ਯਾਦ ਕਰ ਸਕੇ, ਆਪਣਾ ਮਾਈਂਡ ਨੂੰ ਯੂਜ਼ ਕਰ ਸਕੇ ਹੋ। ਠੀਕ ਹੈ, ਜੇ ਤੁਸੀਂ 10% ਵੀ ਯਾਦ ਕਰ ਲੋਗੇ ਨਾ, ਆਪਣਾ ਮਾਈਂਡ ਯੂਜ਼ ਕਰ ਲੋਗੇ, ਤੇ ਦੁਨੀਆ ਦੀ ਸਾਰੀ ਨੌਲੇਜ ਤੁਸੀਂ ਸਟੋਰ ਕਰ ਸਕਦੇ ਹੋ 5-7-8% 'ਚ। ਸਾਰੀ ਦੁਨੀਆ ਦੀ ਜਿੰਨੀ ਵੀ ਲੋੜ ਹੈ ਨਾ, ਜਿੰਨੀ ਵੀ ਦੁਨੀਆ 'ਚ ਚੀਜ਼ਾਂ ਨੇ, ਸਾਰਾ ਤੁਸੀਂ 5-10% ਮੈਮਰੀ 'ਚ ਸਟੋਰ ਕਰ ਸਕਦੇ ਹੋ। ਇਸ ਕਰਕੇ ਫਿਕਰ ਨਾ ਕਰਨਾ ਕਿ ਤੁਹਾਡਾ ਦਿਮਾਗ ਖਤਮ ਨਾ ਹੋ ਜਾਏ ਕਿਤੇ, ਉਹਦੀ ਬਹੁਤ ਕੈਪੈਸਿਟੀ ਹੈ, ਉਹਦੇ 'ਚ ਗੀਗਾਬਾਈਟ ਦੀ ਕੋਈ ਪ੍ਰੋਬਲਮ ਨਹੀਂ, ਬਹੁਤ ਟੈਰਾਬਾਈਟ, ਲੱਖੋਂ ਟੈਰਾਬਾਈਟ ਹੈਗੇ ਆ, ਕੋਈ ਲੋੜ ਹੀ ਨਹੀਂ, ਤੁਹਾਨੂੰ ਕਦੇ ਖਤਮ ਨਹੀਂ ਹੋਏਗਾ। ਠੀਕ ਹੈ, ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ। ਹੁਣ ਆਪਾਂ ਗੱਲ ਕਰੀਏ ਰਿਵੀਜ਼ਨ ਦੀ। ਜੋ ਚੀਜ਼ ਅਸੀਂ ਅੱਜ 100% ਯਾਦ ਕਰਦੇ ਹਾਂ, ਉਹ 6 ਮਹੀਨੇ ਬਾਅਦ ਵਿਦਆਊਟ ਰਿਵੀਜ਼ਨ ਸਾਨੂੰ 2% ਯਾਦ ਰਹਿੰਦੀ ਹੈ। ਠੀਕ ਹੈ, ਤੇ ਜੇ 2% ਯਾਦ ਕਰਨਾ, ਫਿਰ ਤਾਂ ਪੜ੍ਹਨ ਦੀ ਲੋੜ ਹੀ ਨਹੀਂ। ਜੇ 2% ਰੱਖਣਾ, ਫਿਰ ਤਾਂ ਕਿਉਂ ਅੱਜ ਜ਼ੋਰ ਲਗਾ ਰਹੇ ਹੋ? ਅੱਜ ਤੁਸੀਂ ਜ਼ੋਰ ਤਾਂ ਲਗਾ ਰਹੇ ਹੋ, ਤੁਸੀਂ ਆਪਣੇ ਵੱਲੋਂ ਗਲਤੀ ਕੀ ਕਰਦਾ ਹੈ? ਜੋ ਸਟੂਡੈਂਟ ਮੋਸਟਲੀ ਜੋ ਗਲਤੀ ਕਰਦੇ ਨੇ, ਅੱਜ ਤਾਂ ਤੁਸੀਂ ਜ਼ੋਰ ਲਗਾ ਲਿਆ, ਪੂਰਾ ਬੈਠੇ ਹੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਪੜ੍ਹਦੇ ਰਹੇ ਹੋ, ਪੜ੍ਹ ਕੇ ਤੁਸੀਂ ਕੀ ਕੀਤਾ?
ਚੀਜ਼ ਯਾਦ ਕਰ ਲਈ, ਪਰ ਰਿਵੀਜ਼ਨ ਗਲਤੀ ਕੀ ਕਰਦੇ ਹੋ, ਤੁਸੀਂ ਰਿਵੀਜ਼ਨ ਨਹੀਂ ਕਰਦੇ। ਔਰ ਰਿਵੀਜ਼ਨ ਨਹੀਂ ਕਰ ਰਹੇ ਤਾਂ ਤੁਸੀਂ ਕੀ ਕਰ ਰਹੇ ਹੋ, ਸਿਰਫ ਤੁਹਾਨੂੰ 2% ਹੀ ਯਾਦ ਰਹੇਗਾ ਆਪਣਾ, ਜੋ ਤੁਸੀਂ ਯਾਦ ਕੀਤਾ ਹੈ, ਜੋ ਤੁਸੀਂ ਸਮਝਿਆ ਹੈ, ਜੋ ਕਨਸੈਪਟ ਕਲੀਅਰ ਕੀਤੇ ਹੈ। ਅਗਰ ਤੁਸੀਂ ਉਹਨੂੰ ਰਿਵਾਈਜ਼ ਨਹੀਂ ਕਰਦੇ ਤਾਂ 6 ਮਹੀਨੇ ਬਾਅਦ ਉਹ ਕਿੰਨਾ % ਯਾਦ ਰਹੇਗਾ, ਸਿਰਫ 2% ਯਾਦ ਰਹੇਗਾ। ਔਰ 2% ਯਾਦ ਰਹੇਗਾ ਤਾਂ ਉਹਦਾ ਕੋਈ ਫਾਇਦਾ ਹੀ ਨਹੀਂ, ਫਿਰ 2% ਨਾਲ ਤੁਸੀਂ ਪੇਪਰ ਕੀ ਕਲੀਅਰ ਕਰ ਲੋਗੇ, 2% ਨੰਬਰ ਲੈ ਵੀ ਲੋਗੇ ਤਾਂ ਉਹਦਾ ਪੇਪਰ ਤਾਂ ਨਹੀਂ ਕਲੀਅਰ ਹੋਣਾ, ਠੀਕ ਹੈ। ਪਰ ਅਗਰ 90% ਤੁਹਾਨੂੰ ਯਾਦ ਹੋਏਗਾ, 90% ਫਿਰ ਤੁਹਾਡਾ ਪੇਪਰ ਕਲੀਅਰ ਹੋ ਸਕਦਾ, 98% ਬਹੁਤ ਨੰਬਰ ਹੁੰਦੇ ਆ, ਠੀਕ ਹੈ। ਸਾਰੇ ਪੇਪਰ 98% ਨਾਲ ਸਾਰੇ ਪੇਪਰ ਕਲੀਅਰ ਹੋ ਜਾਂਦਾ, ਠੀਕ ਹੈ। ਉਹਨੇ 90% ਤੱਕ ਆਪਾਂ ਕਿੱਦਾਂ ਪਹੁੰਚਣਾ ਹੈ, ਉਹਦਾ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ। ਅਗਰ ਤੁਸੀਂ 6 ਰਿਵੀਜ਼ਨ ਕਰ ਲੈਂਦੇ ਹੋ ਤੇ ਤੁਸੀਂ ਲਾਈਫ ਲੌਂਗ 98% ਯਾਦ ਕਰ ਸਕਦੇ ਹੋ ਵਿਦ 6 ਰਿਵੀਜ਼ਨਸ। ਹੁਣ 6 ਰਿਵੀਜ਼ਨਸ ਕਦੋਂ ਕਰੋਗੇ, ਫਸਟ ਰਿਵੀਜ਼ਨ ਜਦੋਂ ਸਾਰਾ ਪੜ੍ਹ ਲਿਆ ਨਾ, ਸਾਰਾ ਪੜ੍ਹ ਲਿਆ, ਉਹਨੂੰ ਇੱਕ ਵਾਰ ਫਸਟ ਰਿਵੀਜ਼ਨ ਉਸੇ ਵਕਤ ਹੀ ਕਰ ਦੋ, ਠੀਕ ਹੈ, ਸੇਮ ਟਾਈਮ। ਬਜਾਏ ਇਹਦੇ ਕਿ ਤੁਸੀਂ 100 ਚੀਜ਼ਾਂ ਪੜ੍ਹੋ, ਠੀਕ ਹੈ, ਰਿਵਾਈਜ਼ ਨਾਲ ਟਾਈਮ ਨਹੀਂ ਵੇਸਟ ਹੋਏਗਾ। ਅਗਰ ਤੁਸੀਂ ਜੋ ਚੀਜ਼ ਅੱਜ ਪੜ੍ਹੀ ਹੈ ਨਾ, ਇੱਕ ਵਾਰ ਜੋ ਚੀਜ਼ ਤੁਸੀਂ ਸਾਰੀ ਪੜ੍ਹ ਲਈ ਹੈ, ਉਹਨੂੰ ਘਰ ਜਾ ਕੇ ਹੁਣੇ ਥੋੜੀ ਦੇਰ ਬਾਅਦ ਜਦੋਂ ਵੀ ਜਾ ਕੇ ਤੁਸੀਂ ਕਰਦੇ ਹੋ, ਉਹਨੂੰ ਨਾ ਇੱਕ ਵਾਰ ਰਿਵਾਈਜ਼ ਕਰੋ ਸਾਰਾ। ਕਿਤਾਬ ਆਪਣੀ ਬੰਦ ਕਰ ਦਿਓ, ਕਿਤਾਬ ਬੰਦ ਕਰਕੇ ਜੋ ਵੀ ਤੁਹਾਡੇ ਨੋਟਸ ਆ ਉਹਨੂੰ ਬੰਦ ਕਰ ਲਓ ਔਰ ਉਹਨੂੰ ਹੈਂਡੀ ਰੱਖੋ, ਆਪਣੇ ਕੋਲ ਰੱਖੋ, ਔਰ ਫਿਰ ਰਿਵਾਈਜ਼ ਕਰਨਾ ਸ਼ੁਰੂ ਕਰੋ ਬੈਠ ਕੇ ਕਿ ਅੱਜ ਕੀ ਪੜਾਇਆ ਸੀਗਾ, ਅੱਜ ਕਿੱਦਾਂ ਸ਼ੁਰੂਆਤ ਹੋਈ। ਪਹਿਲਾਂ ਤੁਸੀਂ ਕਲਾਸ 'ਚ ਗਏ, ਸਭ ਤੋਂ ਪਹਿਲਾਂ ਕੀ ਬੋਲਿਆ ਸਰ ਨੇ, ਠੀਕ ਹੈ, ਸਰ ਨੇ ਇੱਦਾਂ ਦੱਸਿਆ, ਅਸੀਂ ਇੱਦਾਂ ਪੜ੍ਹਿਆ, ਸਰ ਨੇ ਆਹ ਚੀਜ਼ ਸਮਝਾਈ, ਉਹਨੂੰ ਦਿਮਾਗ 'ਚ ਉਹਨੂੰ ਇੱਕ ਪਿਕਚਰ ਬਣਾ ਕੇ ਨਾ ਉਹਨੂੰ ਯਾਦ ਕਰਨਾ ਸ਼ੁਰੂ ਕਰੋ ਕਿ ਇੱਦਾਂ ਦਾ ਕਰਾਇਆ, ਅੱਜ ਇਹ ਕਰਾਇਆ ਸਰ ਨੇ, ਪਹਿਲਾਂ ਇਹ ਚੀਜ਼ ਬੋਲੀ, ਪਹਿਲਾਂ ਉਹਦਾ ਚਾਰਟ ਬਣਾਇਆ, ਉਹਦੇ 'ਚ ਇਹ ਸਮਝਾਇਆ ਕਿ ਆਹ ਚੀਜ਼ਾਂ ਇੰਪੋਰਟੈਂਟਸ ਨੇ, ਇੱਦਾਂ ਕੀਤਾ, ਉਹ ਸਭ ਯਾਦ ਕਰਕੇ ਉਹਦੇ ਬਾਅਦ ਉਹਨੂੰ ਤੁਸੀਂ ਕੀ ਕਰੋ, ਸਾਰਾ ਰਿਵਾਈਜ਼ ਕਰੋ। ਜੋ ਚੀਜ਼ਾਂ ਭੁੱਲ ਜਾਂਦੇ ਹੋ ਉਹਨੂੰ ਇੱਕਦਮ ਕਾਪੀ ਨਾ ਖੋਲੋ, ਉਹਨੂੰ ਦਿਮਾਗ ਤੇ ਥੋੜਾ ਜਿਹਾ ਸਟ੍ਰੈਸ ਦਿਓ, ਆਪਣੇ ਦਿਮਾਗ ਤੇ। ਅਗਰ ਸਟ੍ਰੈਸ ਦੋਗੇ ਨਾ, ਉਹਦੇ ਨਾਲ ਇੱਕ ਲਿਕਵਿਡ ਇੱਕ ਰਿਲੀਜ਼ ਹੁੰਦਾ ਹੈ, ਠੀਕ ਹੈ, ਇੱਕ ਕੈਮੀਕਲ ਰਿਲੀਜ਼ ਹੁੰਦਾ ਹੈ, ਜਿਹਦੇ ਨਾਲ ਤੁਹਾਡਾ ਮਾਈਂਡ ਜਿਹੜਾ ਨਾ ਜ਼ਿਆਦਾ ਸ਼ਾਰਪ ਹੁੰਦਾ ਹੈ। ਜਦੋਂ ਤੁਸੀਂ ਆਪਣੇ ਦਿਮਾਗ ਤੇ ਪ੍ਰੈਸ਼ਰ ਦਿੰਦੇ ਹੋ, ਅਗਰ ਪ੍ਰੈਸ਼ਰ ਨਹੀਂ ਦੋਗੇ ਨਾ ਦਿਮਾਗ ਤੇ ਉਹ ਕੈਮੀਕਲ ਨਹੀਂ ਰਿਲੀਜ਼ ਹੋਏਗਾ ਔਰ ਤੁਹਾਡਾ ਦਿਮਾਗ ਜਿਹੜਾ ਨਾ ਉਹ ਚੀਜ਼ਾਂ ਨੂੰ ਯਾਦ ਨਹੀਂ ਕਰੇਗਾ। ਤੁਸੀਂ ਕੋਈ ਵੀ ਚੀਜ਼ ਯਾਦ ਕਰ ਸਕਦੇ ਹੋ, ਜਿਹੜਾ ਤੁਹਾਨੂੰ ਲੱਗਦਾ ਨਾ ਕਿ ਇਹ ਚੀਜ਼ ਬਹੁਤ ਔਖੀ ਹੈ, ਮੈਨੂੰ ਨਹੀਂ ਕਰ ਸਕਦਾ ਮੈਂ, ਔਖੀ ਤੋਂ ਔਖੀ ਚੀਜ਼, ਜੋ ਵੀ ਚੀਜ਼ ਤੁਹਾਨੂੰ ਔਖੀ ਲੱਗਦੀ, ਤੁਹਾਨੂੰ ਲੱਗਦਾ ਕਿ ਆਹ ਚੀਜ਼ ਨਹੀਂ ਮੈਂ ਕਰ ਸਕਦਾ, ਮੈਨੂੰ ਆਹ ਚੀਜ਼ ਨਹੀਂ ਯਾਦ ਹੋ ਸਕਦੀ, ਮੈਨੂੰ ਟੈਂਸਸ ਨਹੀਂ ਯਾਦ ਹੋ ਸਕਦੇ ਜ਼ਿੰਦਗੀ 'ਚ, ਕਦੇ ਨਹੀਂ ਮੈਂ ਯਾਦ ਕਰ ਸਕਦਾ, ਮੈਂ ਆਹ ਚੀਜ਼ ਨਹੀਂ ਯਾਦ ਕਰ ਸਕਦਾ, ਮੈਂ ਲਾਅ ਨਹੀਂ ਪੜ੍ਹ ਸਕਦਾ, ਮੈਨੂੰ ਸੈਕਸ਼ਨਸ ਨਹੀਂ ਯਾਦ ਹੁੰਦੇ, ਮੈਨੂੰ ਫਾਰਮੂਲੇ ਨਹੀਂ ਯਾਦ, ਜੋ ਚੀਜ਼ ਤੁਹਾਨੂੰ ਨਹੀਂ ਹੁੰਦੀ ਨਾ, ਉਸ ਚੀਜ਼ ਨੂੰ ਉਹਦੇ ਨਾਲ ਲੜਨਾ ਸ਼ੁਰੂ ਕਰੋ, ਉਹਦੇ ਨੂੰ ਪੜ੍ਹੋ, ਬਾਰ-ਬਾਰ ਰਿਵਾਈਜ਼ ਕਰੋ, ਉਹਨੂੰ ਪੜ੍ਹੋ, ਉੱਤੇ ਸਟ੍ਰੈਸ ਦਿਓ। ਜਦੋਂ ਤੁਸੀਂ ਉਸ ਚੀਜ਼ ਨੂੰ ਲੈ ਕੇ ਸਟ੍ਰੈਸ ਦੋਗੇ ਨਾ, ਤੇ ਤੁਹਾਡੇ ਦਿਮਾਗ ਦੇ ਵਿੱਚ, ਸਾਡਾ ਦਿਮਾਗ ਜੋ ਹੁੰਦਾ ਨਾ ਉਹ ਕੁਝ ਇਸ ਤਰੀਕੇ ਨਾਲ ਬਣਿਆ ਹੁੰਦਾ, ਜਿੱਦਾਂ ਅਖਰੋਟ ਹੁੰਦਾ ਨਾ, ਅਖਰੋਟ ਦੀ ਤਰ੍ਹਾਂ ਬਣਿਆ ਹੁੰਦਾ ਦਿਮਾਗ ਸਾਡਾ, ਲੈਫਟ ਸੈਰਾਬਰਮ ਔਰ ਰਾਈਟ ਸੈਰਾਬਰਮ ਇੱਦਾਂ ਕਰਕੇ ਦਿਮਾਗ ਬਣਿਆ ਹੁੰਦਾ। ਮੇਰੇ ਤੋਂ ਠੀਕ ਨਹੀਂ ਬਣਿਆ, ਤਿਤਲੀ ਬਣ ਗਈ ਹੈ, ਪਰ ਤੁਸੀਂ ਇਹਨੂੰ ਦਿਮਾਗ ਸਮਝੋ, ਠੀਕ ਹੈ। ਤੇ ਦਿਮਾਗ ਦੇ ਵਿੱਚ ਨਾ ਕੁਝ ਪਾਰਟਸ ਦੇ ਵਿੱਚ ਕੁਝ ਪਾਰਟਿਕੂਲਰ ਪਾਰਟਸ ਏਰੀਆ ਸੈਟ ਨੇ ਜੋ ਉਸ ਚੀਜ਼ ਨੂੰ ਦਿਮਾਗ ਦੇ ਵਿੱਚ ਬਿਠਾਉਣ ਵਾਸਤੇ ਲੋੜੀਂਦੇ ਨੇ, ਠੀਕ ਹੈ, ਜਿਹਦੀ ਰਿਕੁਆਇਰਮੈਂਟ ਹੈ। ਸਪੋਜ਼ ਆਹ ਚੀਜ਼ ਜਿਹੜੀ ਹੈ, ਸਪੋਜ਼ ਰਿਕੁਆਇਰਡ ਹੈ ਮੈਥਮੈਟਿਕਸ ਵਾਸਤੇ, ठीक है, आ चीज रिक्वायर्ड है आर्ट्स वास्ते, ठीक है, ये चीज रिक्वायर्ड है पोइट्री वास्ते। इदा हर चीज़ दे विच एक चीज़ बनी हुई है। उत्थे जिस बंदे ने जिथे ग्रे मैटर्स होएगा ना, जो एरिया ग्रे होएगा, जिथे जिहदा एरिया ग्रे होएगा, उस चीज़ दे विच ना इंटैलीजेंट होएगा, गॉड गिफ्टेड। ग्रे एरिया जिहदा भी दिमाग का जो ग्रे एरिया जिहड़ा भी होएगा ना, सपोज आ ग्रे एरिया है तुहाडे दिमाग का, बाई डिफॉल्ट है, ये जीन्स से डिपेंड करता है, ठीक है, थोड़ा ग्रे है एरिया, तो थोड़ा वो अपने आप तुम मैथमेटिक्स से थोड़ा अगर ग्रे है तो तुम मैथमेटिक्स से इंटैलीजेंट हो गए। कोई बच्चे शुरू तो मैथमेटिक्स से इंटैलीजेंट होंगे हैं, कुछ पोइट बहुत अच्छे होंगे, कोई आर्टिस्ट बहुत अच्छे होंगे हैं, ठीक है। जो दिमाग का जोड़ा एरिया जिस चीज़ वास्ते बनया है ना, उस चीज़ को जो वो करेगा वो इंटैलीजेंट होएगा बाई डिफॉल्ट। कुछ इंग्लिश के इंटैलीजेंट होंगे बच्चे, कुछ हो सकता है इतने कोई रिक्वायर्ड हो, ठीक है, इंग्लिश वास्ते इंपॉर्टेंट होवे, तो वो बच्चा की होएगा इंग्लिश के विच ऑटोमैटिकली इंग्लिश के विच इंटैलीजेंट होएगा, उन्होंने घट जोर लाना पेगा बाकियों नालों। जो आर्ट्स के विच ज़्यादा ग्रे होएगा वो आर्ट्स के विच इंटैलीजेंट होएगा अपने आप ही, ठीक है। ये तो हो गया जो रब ने सानू चीज़ दे दी।
ठीक है, पहले जो स्टडीज ਸੀਗੀਆਂ ਉਹ ਕਹਿੰਦੀ ਸੀਗੀਆਂ ਇਹਨੂੰ ਤੁਸੀਂ ਡਿਵੈਲਪ ਨਹੀਂ ਕਰ ਸਕਦੇ, ਜੋ ਪਹਿਲਾਂ ਇਨੀਸ਼ੀਅਲ ਸਟੱਡੀਜ਼ ਹੋਈਆਂ ਸੀ। ਪਰ ਲੇਟਰ ਔਨ ਜੋ ਸਟੱਡੀਜ਼ ਹੋਈਆਂ ਨੇ ਨਾ, ਉਹਦੇ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਚੀਜ਼ ਨੂੰ ਤੁਸੀਂ ਆਪ ਵੀ ਕ੍ਰੀਏਟ ਕਰ ਸਕਦੇ ਹੋ। ਇਹ ਨਹੀਂ ਹੈ ਕਿ ਜੋ ਚੀਜ਼ ਰਿਕੁਆਇਰਡ ਹੈ ਸੈਕਸ਼ਨਸ ਯਾਦ ਕਰਨ ਵਾਸਤੇ, ਸਪੋਜ਼ ਕੋਈ ਸੈਕਸ਼ਨ याद करने वास्ते अगर कोई चीज़ रिक्वायर्ड है तो रिमेंबर सैक्शनस ऑफ लॉ अगर रिक्वायर्ड है, अगर वो चीज़ थोड़ी ग्रे नहीं है ना तो तुसी उन्होंने ग्रे कर सकते हो। कितना करोगे? कुछ नहीं करना, जो चीज़ तुहानू चाहिए है उस चीज़ से जोर लगाना शुरू कर दो। जो तुसी जोर लगाओगे तो तुहाडा एक बार मतलब दिमाग तुहानू कहेगा सो जा, नींद ले ले, मेरे तो नहीं होंदा। वो तुहानू एक बार अपने वालों कंपेल करेगा, ताकि तुसी कोई औखी चीज़ कर देना तुहानू नींद आती है। थोड़ा दिमाग अपने मतलब पूरी कोशिश करेगा क्या कितने मैंने फसाता है, वो तुम एक बार कहेगा, सिग्नल देगा कि सो जाओ यार, बस करो, बंद करो, खत्म करो, और नहीं मैं पढ़ना, मैं नहीं पढ़ सकता, तुम सो जाओ। थोड़ा दिमाग तुम अनकॉन्शियसली तुम ना प्रेस करेगा कि तुम इनू छड़ दो काम को। थोड़ा दिमाग से बड़ा जोर पेगा, तुम एक बार करेगा। जो जोर पेगा ना थोड़ी दिमाग ना थोड़ी लड़ाई चल रही होगी, या तो तुम अपने दिमाग को सिग्नल दे रहे कि नहीं मैं करना है, या तो तुम जितोगे या वो जितेगा। जो जित गया तो तुम सो जाओगे, उन्होंने छड़ दोगे। और तुम अगर हटे लगे रहे, एक की हार होनी होनी है, एक जरूर हारेगा, या तो तुम हारोगे या थोड़ा दिमाग हारेगा। अगर तुम हार गए तो तुम सो जाओगे, छड़ दोगे और बैठ जाओगे। और अगर थोड़ा दिमाग हारेगा, एक प्रोसैस है, थोड़े टाइम बाद जो तुम करते रहोगे, रोज बैठ जाओ। मैथमेटिक्स तो तुम लगता तुम मैथमेटिक्स नहीं आता, तुम इंग्लिश नहीं आती, और सब्जैक्ट लेके बैठ जाओ, जोर लाते रहो अपने वालों, बहुत जल्दी हो जाएगा, बहुत लंबा प्रोसैस नहीं लगेगा। तो एक बार जोर लगाओ, ਤੁਹਾਡਾ ਦਿਮਾਗ बहुत जोर देगा। जो जोर देगा ना, जो लगेगा कि ये बंदा नहीं हटता, वो की करेगा केमिकल रिलीज करना शुरू कर देगा उस एरिया के, और केमिकल रिलीज करेगा तो वो ग्रे एरिया अपने आप डिवेलप होना शुरू हो जाएगा। और जो डिवेलप हो जाएगा फिर तुहानू चीज़ बड़ी जल्दी याद होनी शुरू हो जाएगी। जो मैं पहला सैक्शनस करता सी, मैंने नहीं सैक्शनस याद होंगे थे, मैंने लगता सी सैक्शनस याद करनी दुनिया की सब तो औखी चीज़ है। हम मैंने बड़े डिफॉल्ट याद ने, बहुत सारे सैक्शन याद है, ठीक है। तुम भी कदे किया देखा होगा कि हाँ सर सैक्शन सानू काफ़ी सारे याद ने, ठीक है। वो कितना याद हो गया, वो किते किते शुरू से जो मैं भी पढ़ता सी लॉ, मैनू भी नहीं समझ आता सीगा। हुण सैक्शनस काफ़ी सारे याद हो गए, क्यों? क्योंकि वो हुण केमिकल किते ना किते रिलीज हो चुके हैं एक बार दिमाग दे विच। जोर लगा लिया, हट लगे रहे लगे रहे लगे रहे, जो लगे रहोगे ना एक बार दिमाग, वो बाद दिमाग सरेंडर कर देगा और उत्थे केमिकल रिलीज करना शुरू कर देगा। जो केमिकल रिलीज कर देगा ना, वो तुहाडे वास्ते ईजी हो जाएगा। वो चीज़ां तुहानू अपने आप याद होनियां शुरू हो जाएगियां, तुहानू बहुत ईजी हो जाएगा वो चीज़ों को याद करना, ठीक है। हुण सपोज तुसीं ग्रे मैटर तैयार करना है, आ वाला एरिया जिहड़ा कि तुहाडा सैक्शनस नूं रिक्वायर्ड है लॉ दे, तुसीं सैक्शनस याद करने हैं। सैक्शनस याद करने शुरू कर दो, जोर लगाओ। जो तुसीं रिवाइज कर रहे हो, रिवाइज करोगे उदों केमिकल बहुत जल्दी रिलीज होएगा। जो दिमाग से जोर पाओगे ना, अगर तुसीं एकदम किताब खोल ली, फिर तुसीं केमिकल रिलीज करने का मौका नहीं दिता। पर तुसीं एक बार सर्च दिता, उदों दिल करेगा यार फटाफट किताब खोलना तो देख लवां। पर अगर तुसीं उस चीज़ को थोड़ा जा अड़ो, ज़्यादा ना अड़ो, थोड़ा थोड़ा अड़ना शुरू करो कि नहीं यार एक बार तो जोर तो लावां, पूरा जोर लगाओ। और जो तुम जोर लगाओगे, अगर तुम्हें याद हो जाएगा ना, तो नाल थोड़ा केमिकल भी रिलीज होना शुरू हो जाएगा, तुम्हें जल्दी चीज़ें याद होनी शुरू हो जाएगी, ठीक है। नहीं होता बहुत ज़्यादा जोर लगाने की लोड़ नहीं है, 2-3 सेकंड 10 सेकंड 15 सेकंड सोचो, 20 सेकंड सोचो, नहीं याद आ रहा तो ठीक है एक बार खोल लो। अज खोलोगे, कल नहीं घट लोड़ पेगी, हौले 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 वो चीज़ां तुहानू जल्दी याद होनी शुरू हो जाएगी। और जो तुम क्लास से बैठोगे ना, उदों ही तुहाडा दिमाग अपने आप ही याद करनी शुरू कर देगा। उन्होंने पता है कि इन्हें मैंने तंग करना, दोपहरे जाके घर जाके फिर तंग करना है इन्हें, मैंने दिमाग को पता लग जाना कि इन्हें मैंने तंग तो करना, दोबारा जाके दोबारा फिर मेरे तो रिवाइज कराएगा, तू बैटर है मैं हुणे इन्होंने अच्छी तरह क्लास से ही याद कर लवां, ठीक है। ये अपने दिमाग को असीं सिग्नल देना, अपने दिमाग को ना असीं उन्होंने कमांड करना है। तां ही कहते ना मन जीते जग जीते, जिन्हें मन जीत लिया उन्हें जग नूं जीत लिया, ठीक है ना। वो इसे ही है, तुसीं अपने मन ते हावी होना है, उन्होंने हावी नहीं होने देना, अपने दिमाग से जोर लाना है। घर जाके उन्होंने खोलो, रिवाइज करो, सेम टाइम रिवीजन कदों करनी है, सेम टाइम फर्स्ट रिवीजन तुसीं करनी है, सेम टाइम जाके जो भी तुसीं कंप्लीट कर लिया ना, चाहे तो कोशिश करो क्लास से ही रिवाइज कर लो। अगर कर सकते हो तो क्लास से बाहर खड़े हो जाओ, या क्लास के इतने बैठ के उसके बाद जो ब्रेक करते बाकी ब्रेक करते तुसीं उन्हें रिवाइज करना शुरू कर दो, एक रिवीजन कर लो, ठीक है। सैकेंड रिवीजन कर लो राती सौन तो पहला। और टाइम की होगा, अगर फर्स्ट रिवीजन हो तुसीं 6 घंटे सपोज तुसीं पढ़े हो, ठीक है। और 6 घंटे दे विचों आप मिनट्स से करते हैं, ठीक है। घंटे नाल आप मिनट्स से करते हैं ताकि अपन फॉर्मूला अपना फिट हो जाएगा। सपोज तुसी 200 मिनट्स तुसी स्टडी की, और 6 मंथ बाद तुहानू याद कितना है
4 ਮਿੰਟਸ ਤਾਂ ਯਾਦ ਹੈ, 2% ਯਾਦ ਹੈ। ਬਜਾਏ ਇਹਦੇ ਤੁਸੀਂ 100 ਮਿੰਟਸ ਪੜ੍ਹ ਲਓ, ਤਾਂ ਕਿ 6 ਮੰਥ ਬਾਅਦ ਤੁਹਾਨੂੰ ਐਟਲੀਸਟ 98 ਮਿੰਟਸ ਦਾ ਯਾਦ ਰਹੇਗਾ। ਅਗਰ ਤੁਸੀਂ ਆਪਣਾ ਟਾਈਮ, ਤੁਹਾਨੂੰ ਲੱਗਦਾ ਕਿ ਰਿਵੀਜ਼ਨ ਨਾਲ ਟਾਈਮ ਵੇਸਟ ਕਰਦੇ ਆ, ਕਿਉਂਕਿ ਤੁਹਾਡਾ ਨੈਕਸਟ ਕੁਐਸਚਨ ਆਨਸਰ ਟਾਈਮ ਬਹੁਤ ਵੇਸਟ ਹੋਏਗਾ ਰਿਵੀਜ਼ਨ 'ਚ। ਜਦੋਂ 6 ਰਿਵੀਜ਼ਨ ਕਰਾਂਗੇ ਤਾਂ ਸਾਡਾ ਟਾਈਮ ਬਹੁਤ ਵੇਸਟ ਹੋਏਗਾ। ਅਗਰ ਤੁਹਾਨੂੰ ਲੱਗਦਾ ਤਾਂ ਉਹਦਾ ਮੈਂ ਲੌਜਿਕ ਦੱਸ ਰਿਹਾ। ਬਜਾਏ 200 ਘੰਟੇ ਪੜ੍ਹਨ ਨਾਲੋਂ 4 ਮਿੰਟ ਦਾ ਯਾਦ ਰਵੇ, 100 ਮਿੰਟ ਪੜ੍ਹ ਲਓ, ਐਟਲੀਸਟ 98 ਮਿੰਟ ਦਾ ਯਾਦ ਰਹੇ, ਤਾਂ ਵੀ ਤੁਹਾਨੂੰ ਕਿੰਨਾ ਫਾਇਦਾ ਹੈ? 94 ਮਿੰਟ ਦਾ ਫਾਇਦਾ ਤੁਹਾਨੂੰ, ਘੱਟ ਪੜ੍ਹ ਕੇ 94 ਮਿੰਟ ਦਾ ਫਾਇਦਾ ਹੋ ਰਿਹਾ ਤੁਹਾਨੂੰ ਪੜ੍ਹਨ ਦਾ। ਠੀਕ ਹੈ, ਹੁਣ ਰਿਵੀਜ਼ਨ ਕੀ ਹੈ? ਤੁਸੀਂ ਅਗਰ ਸਪੋਜ਼ ਤੁਸੀਂ ਆਪਣਾ 6 ਆਰ ਤੁਸੀਂ ਪੜ੍ਹੇ ਹੋ, ਤੇ ਜੇ ਤੁਸੀਂ ਫਸਟ ਰਿਵੀਜ਼ਨ ਕਰੋਗੇ ਨਾ, ਤੇ ਤੁਹਾਨੂੰ ਇਹਦਾ ਟਾਈਮ ਲੱਗੇਗਾ 45 ਮਿੰਟਸ ਅਪਰੋਕਸੀਮੇਟ, 45 ਮਿੰਟ ਲੱਗਣਗੇ ਪਹਿਲੀ ਫਸਟ ਰਿਵੀਜ਼ਨ 'ਚ। ਸੈਕਿੰਡ ਰਿਵੀਜ਼ਨ 'ਚ ਤੁਹਾਨੂੰ ਟਾਈਮ ਲੱਗੇਗਾ 30 ਮਿੰਟਸ। ਥਰਡ ਰਿਵੀਜ਼ਨ 'ਚ ਤੁਹਾਨੂੰ ਟਾਈਮ ਲੱਗੇਗਾ 15 ਕੁ ਮਿੰਟ ਲਗਾ ਲਓ ਤੁਸੀਂ। ਠੀਕ ਹੈ, फोर्थ रिवीजन तो लगेगा 5 मिनट्स। ठीक है, बस इन्ना का 5 मिनट्स इन्ना का टाइम लगेगा। 5-6 रिवीजन जिन्नी भी करोगे 5 मिनट टाइम लगेगा, क्योंकि तुहानू चीज़ां याद हो चुकी हैं। इस करके ये 40 मिनट 5 मिनट को तुसीं वेस्टेज ऑफ टाइम ना समझो कि ये तो चंगा कि 45 मिनट बचा के असीं 45 मिनट होर नवां पढ़ लईए। बजाय नवां पढ़न दे तुसीं की करो, फस्ट रिवीजन च टाइम यूटिलाइज करो, उन्होंने टाइम वेस्ट नहीं कहांगे, यूटिलाइज करो। तुसीं कोशिश करो कि दोबारा उन्होंने पढ़ो, बैठ के दोबारा उन्होंने रिवाइज करो, दोबारा पढ़ो उन्होंने। ठीक है, घर जा गए तुसीं, घर जाके तुसीं उन्होंने पढ़िया, दोबारा कॉपी खोली और कॉपी ते अपना माइंड से सर्च देना शुरू किया कि इदा का पढ़ाया सी। पूरी उन्हें पिक्टोरियल की तरह ना, पिक्चर की तरह याद करो माइंड के विच, इदा इदा पढ़ाया, ये बोले सर ने आ एग्जाम्पल दी। ठीक है, ये एग्जाम्पल के विच तुसीं आप भी कर सकते हो। ठीक है, तो वो वास्ते तुसीं की करोगे, तुसीं वो 45 मिनट तुसीं अपना रिवाइज किया, कॉपी खोली, जिथे तुसीं फसे उन्होंने दोबारा देख के याद कर दिया। फिर सैकेंड रिवीजन तुसीं करनी है नाइट। ठीक है, बिफोर स्लीपिंग, बहुत इंपॉर्टेंट है। ठीक है, सौन तो पहला तुसीं उन्होंने रिवाइज करो, और जो चीज़ तुसीं राती सौन तो पहले रिवाइज करते ना, वो साडा माइंड की करता, राती उन्होंने सारा घुमाता रहता है, उन्होंने आप ही रिवाइज करना शुरू कर दिंदा है। अगर तुसीं उस प्रोसैस दे विच आ गए ना, रात में तुसीं रिवाइज क्या किया, तो हो सकता है शुरू से तुहानूं नींद ना आवे, सही रात तुहाडी सारी रात घूमता रहे, उस टाइम ये भी तुहानूं प्रॉब्लम आएगी। ठीक है, कि तुहानूं नींद नहीं आएगी, पर वो की करेगा, तुहाडा माइंड ना तुहानूं चीज़ों नूं रिवाइज कराता रहेगा, बार बार रिवाइज कराएगा, आ भी करो, तुहानूं चीज़ां रिवाइज कराएगा। ठीक है, फिर थर्ड रिवीजन कदों करनी है? नैक्सट डे मॉर्निंग से। थर्ड तुसीं करनी है याद कदों? उन्होंने थर्ड मतलब मॉर्निंग से 3 रिवीजन तुसीं कंटिन्यू करनी है, जो अज पढ़िया ना, उसकी 3 रिवीजन तो तुसीं लगातार तुसीं कर लो। ठीक है, फोर्थ रिवीजन तुसीं करनी है आफ्टर 1 वीक। संडे रख लो, संडे रिवाइज करना है, फोर्थ रिवीजन। ठीक है, फिफ्थ रिवीजन करनी है आफ्टर 1 मंथ। ठीक है, और सिक्स्थ रिवीजन करनी है आफ्टर 6 मंथ्स, जदों तक तुहाडा अचीवमेंट नहीं हो जाती। हर 6-6 महीने बाद इनू कंटिन्यू करो, सिक्स्थ रिवीजन कंटिन्यू करो, 6-6 महीने बाद सारा रिवाइज करो, हर चीज़ रिवाइज करो। तुहानूं लगेगा कि तुहाडा टाइम वेस्ट हो रहा है। तुसीं जे अगे 10 घंटे पढ़ते सी, तो हो सकता तुहाडे 1.5 घंटा 2 घंटा तुहाडे हो जान कि तुसीं तुहाडे निकल रहे हैं रिवीजन च निकल रहे 1.5 घंटा। वैसे इन्ना नहीं टाइम लगता, जे तुसीं 10 घंटे पढ़ोगे तो 1-1.5 घंटा ही तुहानूं एक्स्ट्रा लगता है रिवीजन से। शुरू से लगेगा तुहानूं, पर वो टाइम वेस्ट नहीं है तुहाडा। ठीक है, 9 घंटे पढ़ लो और 1 घंटा 1.5 घंटा रिवीजन कर लो। 6 रिवीजन करके तुसीं 98% तक याद कर सकते हो। ये चीज़ मैं आजमाई हुई है। ठीक है, मैं तुहानूं अपनी एग्जाम्पल दे देना, ये चीज़ मैं फार्मूला अपने ते आजमाया सीगा। फिजिक्स के विच मैं एक रजिस्टर, काफ़ी बड़ा रजिस्टर ना, मैं पूरा का पूरा याद कर लिया विद पेज नंबर, पेज वाइज याद कर लिया। ठीक है, मतलब की होया कि सीगा क्लास दे विच कोई नवा स्टूडेंट आया सीगा, तो मेरी कॉपी जी सी क्लास से सब तो अच्छी होंगी सी। ठीक है, तारीफ कर रहे हैं, पर एक्चुअल जो फैक्ट है मेरी क्लास से सब तो अच्छी होंगी सी कॉपी। तो मेरे टीचर ने मैनू क्या, उस नवे स्टूडेंट को क्या कि
ਇਹਦੀ ਕਾਪੀ ਲੈ ਕੇ ਤੁਸੀਂ ਨੋਟ ਕਰ ਲੈਣਾ। ਤੇ ਮੈਂ ਉਦੋਂ ਰਿਵੀਜ਼ਨ ਕਰਦਾ ਹੁੰਦਾ ਸੀਗਾ, ਇਹ ਫਾਰਮੂਲਾ ਯੂਜ਼ ਕਰਦਾ ਸੀਗਾ, ਤੇ ਮੈਨੂੰ ਸ਼ੌਕ ਸੀਗਾ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਮੈਨੂੰ ਕਾਪੀ ਦੇ ਦੇ ਤੇ ਤੇਰੀ ਮੈਂ ਹੀ ਬਣਾ ਲਾਂਗਾ। ਮੈਨੂੰ ਲਾਲਚ ਸੀਗਾ ਕਿ ਮੇਰੀ ਰਿਵੀਜ਼ਨ ਹੋ ਜਾਏਗੀ, ਠੀਕ ਹੈ। ਔਰ ਤੁਸੀਂ ਸ਼ਾਇਦ ਹੈਰਾਨ ਹੋਗੇ ਕਿ ਉਹ ਰਜਿਸਟਰ ਜਿਹੜਾ ਸੀ ਨਾ, ਫਿਜ਼ਿਕਸ ਦਾ ਰਜਿਸਟਰ ਮੇਰਾ, ਮੈਂ ਬਿਨਾ ਆਪਣਾ ਰਜਿਸਟਰ ਖੋਲੇ ਐਜ਼ ਇਟ ਇਜ਼ ਸਾਰਾ ਦਾ ਸਾਰਾ ਉਹਦਾ ਭਰਤਾ ਸੀਗਾ। ਔਰ ਕਿਤੇ ਜੋ ਪੇਜ ਮੇਰਾ ਸੀ ਉਹ ਸੇਮ ਪੇਜ ਦੇ ਵਿੱਚ ਹੀ ਉਹਦਾ ਸੀਗਾ। ਮਤਲਬ ਜੋ ਮੇਰੇ 1 ਪੇਜ ਤੇ ਜਿੰਨਾ ਕੁਝ ਲਿਖਿਆ ਹੈ ਨਾ, ਉਹਦੇ 1 ਪੇਜ ਤੇ ਮੈਂ ਉਨਾ ਹੀ ਲਿਖਿਆ ਸੀਗਾ। ਜੋ ਸੈਕਿੰਡ ਪੇਜ ਤੇ ਲਿਖਿਆ ਸੀ ਉਹ ਸੈਕਿੰਡ ਪੇਜ ਤੇ ਮੈਂ ਉਹਨਾਂ ਲਿਖਿਆ ਸੀਗਾ। ਮਤਲਬ 100% ਤੁਸੀਂ ਯਾਦ ਕਰ ਸਕਦੇ ਹੋ, ਵਿਦ ਪੇਜ ਨੰਬਰ ਯਾਦ ਕਰ ਸਕਦੇ ਹੋ 6 ਰਿਵੀਜ਼ਨ ਕਰਕੇ, ਠੀਕ ਹੈ। ਕਰਕੇ ਦੇਖ ਲਓ ਤੁਸੀਂ ਇਹ ਚੀਜ਼, ਐਜ਼ ਇਟ ਇਜ਼ ਤੁਹਾਨੂੰ ਯਾਦ ਹੋ ਜਾਏਗਾ। ਫਿਜ਼ਿਕਸ ਦੇ ਡਾਇਗਰਾਮ ਸੀਗੇ, ਜੋ ਕੁਝ ਵੀ ਸੀਗਾ ਸਾਰਾ ਕੁਝ ਮੈਂ ਐਜ਼ ਇਟ ਫਾਰਮੂਲੇ ਸਭ ਮੈਂ ਐਜ਼ ਇਟ ਇਜ਼ ਮੈਂ ਲਿਖਤੇ ਸੀਗੇ ਰਜਿਸਟਰ ਦੇ ਵਿੱਚ, ਰਿਵਾਈਜ਼ ਕਰਕੇ ਬਿਨਾ ਦੇਖੇ ਪੂਰਾ ਰਜਿਸਟਰ। ਤੁਸੀਂ ਤਾਂ ਥੋੜੇ ਜਿਹੇ ਸੈਕਸ਼ਨਸ ਯਾਦ ਕਰਨੇ, ਕੁਝ ਵੀ ਨਹੀਂ ਹੈ, ਤੁਸੀਂ ਕਰ ਸਕਦੇ ਹੋ, ਕੋਈ ਮੁਸ਼ਕਿਲ ਨਹੀਂ ਹੈ। 6 ਰਿਵੀਜ਼ਨਸ ਕਰਕੇ ਤੁਸੀਂ ਅਗਰ 6 ਰਿਵੀਜ਼ਨ ਕਰ ਲੋਗੇ 98% ਤਾਂ ਇਹਦੀ ਤਾਂ ਮੈਂ ਤੁਹਾਨੂੰ ਗਰੰਟੀ ਦੇ ਰਿਹਾ 98% ਦਾ ਤੁਸੀਂ 6 ਰਿਵੀਜ਼ਨ ਕਰਕੇ ਗਰੰਟੀ ਹੈ। 98% ਦੀ ਗਰੰਟੀ ਵੈਸੇ 100% ਹੁੰਦਾ, 98 ਵੀ ਨਹੀਂ 100% ਹੁੰਦਾ ਹੈ, ਪਰ ਫਿਰ ਵੀ ਚਲੋ 2% ਆਪਾਂ ਫਿਰ ਵੀ ਆਪਾਂ ਲੈ ਲੈਣੇ ਚ ਸਕੋਪ ਲੈ ਲੈਣੇ ਕਿ 2% ਤੁਸੀਂ ਨਹੀਂ ਯਾਦ ਕਰੋਗੇ। 98% ਦੀ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਤੁਸੀਂ ਯਾਦ ਕਰ ਲੋਗੇ 98% ਬਾਏ 6 ਰਿਵੀਜ਼ਨ, ਠੀਕ ਹੈ। ਕਿੱਦਾਂ ਰਿਵੀਜ਼ਨਸ ਕਰਨੀਆਂ ਨੇ ਉਹ ਤੁਹਾਨੂੰ ਰਿਵਾਈਜ਼ ਕਰਨਾ ਹੈ, ਉਹਦਾ ਤਰੀਕਾ ਬੈਸਟ ਇਹੀ ਹੈ ਜੋ ਅੱਜ ਕਲਾਸ 'ਚ ਪੜ੍ਹਿਆ ਉਹਨੂੰ ਜਾ ਕੇ ਦੁਬਾਰਾ ਦਿਮਾਗ 'ਚ ਜੋ ਆਪ ਵੀ ਤੁਸੀਂ ਕਲੀਅਰ ਕੀਤਾ ਹੈ। ਹੋ ਸਕਦਾ ਕੁਝ ਚੀਜ਼ਾਂ ਨਹੀਂ ਕਲੀਅਰ ਹੁੰਦੀਆਂ, ਕੰਸੈਪਟ ਕਲੀਅਰ ਹੋ ਜਾਂਦਾ, 95% ਕਲੀਅਰ ਹੋ ਜਾਂਦਾ, 100% ਜਦੋਂ ਤੁਸੀਂ ਆਪ ਆਪਣੀ ਕਾਪੀ ਖੋਲ ਕੇ ਆਪਣੇ ਤਰੀਕੇ ਨਾਲ ਪੜ੍ਹਦੇ ਹੋ ਫਿਰ ਤੁਹਾਨੂੰ ਕਲੀਅਰ ਹੁੰਦੇ ਨੇ। 100% ਇੱਕ ਵਾਰ ਕਰ ਲਓ, ਜਦੋਂ ਤੁਸੀਂ ਇਸ ਚੀਜ਼ ਨੂੰ ਜਦੋਂ ਤੁਸੀਂ ਪੂਰਾ ਹੋ ਗਿਆ ਤੁਹਾਨੂੰ 100% ਹੋ ਗਿਆ, ਉਹਦੇ ਬਾਅਦ ਉਹਨੂੰ ਰਿਵਾਈਜ਼ ਕਰੋ ਬੈਠ ਕੇ, ਟਾਈਮ ਵੇਸਟ ਨਾ ਕਰੋ, ਘੱਟ ਪੜ੍ਹ ਲਓ। ਨਵਾਂ ਪੜ੍ਹਨ ਦੀ ਜਗ੍ਹਾ ਉਹਨੂੰ ਰਿਵਾਈਜ਼ ਕਰੋ, ਰਿਵਾਈਜ਼ ਕਰੋ, ਉਦੋਂ ਕਰੋ, ਫਿਰ ਰਾਤੀ ਸੌਣ ਲੱਗੇ ਕਰੋ, ਅਗਲੇ ਦਿਨ ਸਵੇਰੇ ਉੱਠ ਕੇ ਕਰੋ, ਫਿਰ ਇੱਕ ਹਫਤੇ ਬਾਅਦ ਸੰਡੇ ਦਾ ਦਿਨ ਰੱਖ ਲਓ, ਇੱਕ ਦਿਨ ਕਿ ਅੱਜ ਸਿਰਫ ਰਿਵਾਈਜ਼ ਹੀ ਕਰਨਾ, ਨਵਾਂ ਕੁਝ ਨਹੀਂ ਪੜ੍ਹਨਾ, ਸੰਡੇ ਸਿਰਫ ਰਿਵਾਈਜ਼ ਹੀ ਕਰਨਾ। ਸੰਡੇ ਸਾਰੇ ਰਿਵੀਜ਼ਨ ਵਾਸਤੇ ਰੱਖ ਲਓ ਕਿ ਸੰਡੇ ਅਸੀਂ ਨਵਾਂ ਕੁਝ ਨਹੀਂ ਪੜ੍ਹਿਆ ਕਰਾਂਗੇ, ਸੰਡੇ ਅਸੀਂ ਸਿਰਫ ਰਿਵੀਜ਼ਨ ਕਰਾਂਗੇ ਸਾਰਾ ਜੋ ਵੀ ਪੜ੍ਹਿਆ ਹਫਤੇ ਦਾ, ਠੀਕ ਹੈ। ਹਫਤੇ ਦਾ ਪੜ੍ਹਿਆ, ਪਿਛਲੇ 6 ਮਹੀਨੇ ਦਾ ਪੜ੍ਹਿਆ, ਉਹ ਰਿਵਾਈਜ਼ ਕਰਨਾ ਹੈ, ਠੀਕ ਹੈ। 4th ਤੁਸੀਂ ਕਰ ਲਓ ਵੀਕ ਦੇ ਬਾਅਦ, ਔਰ 6 ਮਹੀਨੇ ਬਾਅਦ ਫਿਰ ਉਹਨੂੰ ਦੁਬਾਰਾ ਸਾਰਾ ਰਿਵਾਈਜ਼ ਕਰਨਾ, ਫਿਰ 1 ਮਹੀਨੇ ਬਾਅਦ ਕਰਨਾ ਹੈ, ਫਿਰ ਉਹਦੇ ਬਾਅਦ 6 ਕਰਨਾ ਹੈ, ਇੱਕ 6 ਮਹੀਨੇ ਬਾਅਦ। ਔਰ ਜਦ ਤੱਕ ਤੁਹਾਡਾ ਪੇਪਰ ਨਹੀਂ ਕਲੀਅਰ ਹੁੰਦਾ, ਸਾਲ 1.5 ਸਾਲ ਦਾ ਜੋ ਵੀ ਤੁਹਾਡਾ ਟਾਈਮ ਪ੍ਰੋਸੈਸ ਹੈ, ਉਹਦੇ ਬਾਅਦ ਤੁਸੀਂ ਉਹਨੂੰ ਰਿਵਾਈਜ਼ ਕਰਦੇ ਰਹੋ, ਤੇ ਪੇਪਰ 'ਚ ਤੁਸੀਂ 98% ਤੱਕ ਤੁਹਾਨੂੰ ਪੇਪਰ 'ਚ ਯਾਦ ਹੋਏਗਾ ਐਜ਼ ਇਟ ਇਜ਼ ਜੋ ਤੁਸੀਂ ਚੀਜ਼ਾਂ ਕੀਤੀਆਂ, ਠੀਕ ਹੈ। ਜੋ ਡਾਇਗਰਾਮ ਮੈਂ ਤੁਹਾਨੂੰ ਦੇਣਾ, ਤੁਹਾਨੂੰ ਪਤਾ ਹਰ ਚੀਜ਼ ਦਾ, ਹਰ ਸੈਕਸ਼ਨ ਦਾ ਚਾਰਟ ਮੈਂ ਤੁਹਾਨੂੰ ਦੇ ਰਿਹਾ, ਮਤਲਬ ਹਰ ਸੈਕਸ਼ਨ ਆਲਮੋਸਟ ਹਰ ਚੀਜ਼ ਚੈਪਟਰ ਹੈ। ਇਹਨੂੰ ਹੀ ਅਗਰ ਰਿਵਾਈਜ਼ ਕਰ ਲੋਗੇ ਘਰ ਜਾ ਕੇ, ਜੋ ਵੀ ਮੈਂ ਜਿੰਨਾ ਵੀ ਤੁਹਾਨੂੰ ਪੜ੍ਹਾ ਰਿਹਾ, ਲਾਅ 'ਚ ਕਰਾ ਰਿਹਾ, ਹਰ ਚੀਜ਼ ਦਾ ਮੈਂ ਤੁਹਾਨੂੰ ਚਾਰਟ ਦੇ ਰਿਹਾ, ਹਰ ਚੀਜ਼ 'ਚ ਚਾਰਟਸ ਨੇ ਨਾ, ਸਭ ਚਾਰਟਸ ਨੇ, ਇਹ ਸਾਰੇ ਜੋ ਚਾਰਟ सब चार्ट्स ही ਤੁਹਾਨੂੰ ਦਿੱਤੇ ਮੈਂ, ਠੀਕ ਹੈ। ਇਹ ਸਭ ਚਾਰਟਸ ਨੇ, ਇਹ ਸਾਰੇ ਚਾਰਟਸ ਤੁਸੀਂ ਕੀ ਕਰੋ, ਇਹਨਾਂ ਨੂੰ ਕਾਪੀ ਦੇ ਵਿੱਚ ਤੁਸੀਂ ਸਾਰੇ ਬਣਾ ਰਹੇ ਹੋ, ਇਹਨਾਂ ਨੂੰ ਰਿਵਾਈਜ਼ ਕਰ ਲਓ, ਇਹਦੇ ਨਾਲ ਤੁਹਾਨੂੰ ਸਾਰੇ ਯਾਦ ਹੋ ਜਾਣਗੇ, ਤੁਹਾਡੇ ਸਬਜੈਕਟ, ਤੁਹਾਡੇ ਸਾਰੇ ਸਬਜੈਕਟ ਵਾਈਜ਼ ਤੁਹਾਨੂੰ ਚੈਪਟਰ ਵਾਈਜ਼ ਤੁਹਾਨੂੰ ਯਾਦ ਹੋ ਜਾਣਗੇ। ਔਰ ਸੈਕਸ਼ਨਸ ਦਾ ਤੁਹਾਨੂੰ ਦੱਸਿਆ ਬ੍ਰੇਕਿੰਗ ਕਰਕੇ ਉਹਨੂੰ ਰਿਵਾਈਜ਼ ਕਰਕੇ ਯਾਦ ਕਰਨਾ ਸ਼ੁਰੂ ਕਰ ਦਿਓ, ਤੁਹਾਡਾ ਸਾਰਾ ਨੂੰ ਕਲੀਅਰ ਹੋ ਜਾਏਗਾ, ਠੀਕ ਹੈ। ਕੋਈ ਔਖਾ ਕੰਮ ਨਹੀਂ ਹੈ, ਬਹੁਤ ਈਜ਼ੀ ਹੈ। ਔਰ ਇੱਕ ਵਾਰ ਤੁਹਾਡਾ ਗ੍ਰੇ ਮੈਟਰ ਰਿਲੀਜ਼ ਹੋ ਗਿਆ, ਠੀਕ ਹੈ, ਫਿਰ ਤੁਹਾਨੂੰ ਈਜ਼ੀ ਹੋ ਜਾਏਗਾ, ਉਹਨੂੰ ਰਿਵਾਈਜ਼ ਕਰਨਾ ਈਜ਼ੀ ਹੋ ਜਾਏਗਾ, ਚੀਜ਼ਾਂ ਨੂੰ ਯਾਦ ਕਰਨਾ ਈਜ਼ੀ ਹੋ ਜਾਏਗਾ, ਠੀਕ ਹੈ। ਇਹ ਕਾਫੀ ਸਾਰੇ ਇਹਦੇ 'ਚ ਲੈਕਚਰ ਹੋਰ ਵੀ ਬਹੁਤ ਸਾਰੇ ਨੇ, ਮਤਲਬ ਇਹਦੇ 'ਚ ਕੁਛ ਅਰਾਊਂਡ 30 ਕਿਤਾਬਾਂ 30 ਬੁੱਕਸ ਮੈਂ ਪੜ੍ਹੀਆਂ ਨੇ, ਤੇ ਉਹਨਾਂ ਦਾ ਕਰੈਕਸ ਹੈ ਅਗਰ ਮੈਂ ਉਹ ਕਰਾਂਗਾ ਤਾਂ ਕਾਫੀ 8-10 ਲੈਕਚਰ ਹੋਰ ਵੀ ਬਣ ਜਾਣਗੇ, ਠੀਕ ਹੈ। ਤੇ ਮੈਂ ਅੱਗੇ ਟਾਈਮ ਤੇ ਤੁਹਾਨੂੰ ਹੋਰ ਵੀ ਲੈਕਚਰ ਦੇਵਾਂਗਾ ਇਸ ਮੈਮਰੀ ਤੇ, ਮੈਮਰੀ ਟੈਕਨੀਕਸ ਤੇ। ਫਿਲਹਾਲ ਤੁਸੀਂ ਇਸ ਚੀਜ਼ ਨੂੰ ਸ਼ੁਰੂ ਕਰੋ ਅੱਜ ਤੇ ਜਾ ਕੇ, ਠੀਕ ਹੈ, ਕਲੀਅਰ ਕਰੋ। ਜੋ ਵੀ ਚੀਜ਼ ਨਹੀਂ ਕਲੀਅਰ ਹੁੰਦੀ ਉਹਨੂੰ ਦੁਬਾਰਾ ਪੜ੍ਹੋ, ਘਰ ਜਾ ਕੇ ਰਿਵਾਈਜ਼ ਕਰੋ, ਔਰ ਰਿਵਾਈਜ਼ 6 ਰਿਵੀਜ਼ਨ ਦੇ ਨਾਲ ਤੁਹਾਨੂੰ ਚੀਜ਼ਾਂ ਸਾਰੀਆਂ ਯਾਦ ਹੋਣੀ ਸ਼ੁਰੂ ਹੋ ਜਾਣਗੀਆਂ, ਠੀਕ ਹੈ। ਕਲੀਅਰ ਹੈ।